ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਬਾਣੀ ਦੇ ਸ਼ੁਰੂਆਤ ਵਿੱਚ ਇੱਕ ਸ਼ਲੋਕ ਹੈ, ਇੱਕ ਸ਼ਲੋਕ ਜਪਜੀ ਸਾਹਿਬ ਬਾਣੀ ਦੇ ਅੰਤ ਵਿੱਚ ਹੈ। ਇਹ ਸ਼ਾਹਕਾਰ ਬਾਣੀ ਜਪ ਦੇ ਅੰਤਲੇ ਸ਼ਲੋਕ ਵਿੱਚ ਗੁਰੂ ਸਾਹਿਬ ਕਿਸ ਤਰ੍ਹਾਂ ਸਾਰੇ ਵਿਸ਼ਾਲ ਇਸ ਵਿਚਾਰ ਨੂੰ ਸਮੇਟਦੇ ਨੇ। ਸ਼ਲੋਕ ਵਿੱਚ ਇਹ ਦਰਜ ਹੈ, ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਇਹ ਪਵਨ ਗੁਰੂ ਕਿਵੇਂ ਹੈ? ਪਾਣੀ ਪਿਤਾ ਕਿਵੇਂ ਹੈ? ਔਰ ਧਰਤ ਮਾਤਾ ਕਿਵੇਂ ਹੈ? ਪਵਨ ਗੁਰੂ, ਹੁਣ ਇਹਦੇ ਵਿੱਚ ਦੋ ਚੀਜ਼ਾਂ ਚੱਲ ਰਹੀਆਂ। ਇੱਕ ਤਾਂ ਜਿਹੜੇ ਜੀਵ ਜੰਤ ਦੀ ਉਤਪਤੀ ਹੋਈ ਹੋਵੇ ਤਾਂ ਉਹਨਾਂ ਦਾ ਸਰਵਾਈਵਲ ਕਿਵੇਂ ਹੁੰਦਾ, ਤੇ ਦੂਸਰੀ ਗੱਲ ਉਤਪਤੀ ਹੁੰਦੀ ਕਿੱਦਾਂ। ਤਾਂ ਦੋ ਪੜਾਅ ਹੋ ਗਏ। ਉਤਪਤੀ ਹੋਣ ਲਈ ਕੀ ਜ਼ਰੂਰੀ ਹੈ ਤੇ ਹੋਈ ਹੋਈ ਉਤਪਤੀ ਦਾ ਸਰਵਾਈਵਲ ਕਿਵੇਂ ਜ਼ਰੂਰੀ। ਜਿਹੜੀ ਉਤਪਤੀ ਹੈ, ਜੀ ਜੰਤ ਹਨ, ਉਹਨਾਂ ਨੂੰ ਉਹਨਾਂ ਦੇ ਸਰਵਾਈਵਲ ਲਈ ਹਵਾ, ਪਵਨ ਬੇਹੱਦ ਜ਼ਰੂਰੀ ਹੈ। ਬਿਨਾਂ ਪਵਨ ਤੋਂ ਜਿੰਦਾ ਨਹੀਂ ਰਿਹਾ ਜਾ ਸਕਦਾ। ਜਿਵੇਂ ਜੀਆਂ ਦੇ ਜਿਉਣ ਲਈ ਹਵਾ ਦਾ ਹੋਣਾ ਜ਼ਰੂਰੀ ਹੈ, ਉਵੇਂ ਜਿਹੜੀ ਆਤਮਕ ਤੌਰ ਤੇ ਆਖਾ ਜੀਵਾ, ਜੇ ਮੇਰੀ ਸੁਰਤ ਤੇਰੀ ਬਖਸ਼ੀ ਹੋਈ ਮਤ ਦੇ ਅਨੁਸਾਰ ਤੇਰੇ ਵਿੱਚ, ਤੇਰੀ ਵਿਚਾਰ ਵਿੱਚ ਲੀਨ ਹੈ, ਜੇ ਮੈਨੂੰ ਗਾਈਡੈਂਸ ਤੇਰੇ ਕੋਲੋਂ ਮਿਲਦੀ ਹੈ ਤਾਂ ਮੇਰਾ ਪੈਂਡਾ ਆਤਮਕ ਤੌਰ ਤੇ ਜਿਉ ਰਿਹਾ ਹੈ। ਆਖਾ ਜੀਵਾ ਵਿਸਰੈ ਮਰ ਜਾਓ। ਜੇ ਤੇਰੇ ਤੋਂ ਮੈਂ ਹਟ ਜਾਵਾਂ, ਜੇ ਤੈਨੂੰ ਮੈਂ ਵਿਸਾਰ ਦਿਆਂ, ਜੇ ਗਾਈਡੈਂਸ ਤੇਰੀ ਨਾ ਹੋਏ ਤਾਂ ਮੇਰੀ ਮੌਤ ਹੋਈ ਕਿ ਹੋਈ ਲਓ। ਮੈਂ ਕਾਮ ਤੇ ਮਰਿਆ, ਕ੍ਰੋਧ ਤੇ ਮਰਿਆ, ਲੋਭ ਤੇ ਮਰਿਆ, ਅਹੰਕਾਰ ਤੇ ਮਰਿਆ, ਮੈਨੂੰ ਹਰ ਚੀਜ਼ ਦਾ ਮੋਹ ਹੋ ਰਿਹਾ, ਮੈਂ ਮਰਿਆ ਹੀ ਮਰਿਆ। ਆਖਾ ਜੀਵਾ। ਪਰ ਜੇ ਮੇਰੀ ਸੁਰਤ ਤੇਰੀ ਬਾਣੀ, ਇਫ ਯੂ ਆਰ ਮਾਈ ਗਾਈਡ, ਜੇ ਮੈਂ ਤੁਹਾਡੇ ਆਖੇ ਲੱਗ ਕੇ ਚੱਲਦਾ, ਜੇ ਮੈਂ ਬਾਣੀ ਅਨੁਸਾਰ ਚੱਲਦਾ ਤਾਂ ਜਿਉਂਦਾ, ਤਾਂ ਮੈਂ ਜਿਉਂਦਾ। ਤਾਂ ਮੇਰੇ ਤੇ ਹੱਲੇ ਹੁੰਦੇ ਨੇ, ਪਰ ਮੇਰੀ ਕਰਮ ਖੰਡ ਕੀ ਬਾਣੀ ਜੋਰ, ਉੱਥੇ ਮੇਰਾ ਕੋਈ ਹੱਲੇ ਨੂੰ ਮੈਂ ਆਪਣੇ ਉੱਪਰ ਕਾਬਜ਼ ਹੋਣ ਨਹੀਂ ਦਿੰਦਾ, ਉੱਥੇ ਹੋਰ ਨਾ ਕੋਈ ਹੋਰ। ਪਰ ਜੇ ਉਹ ਮੇਰੇ ਕੋਲ ਗਾਈਡਿੰਗ ਸੋਰਸ ਨਹੀਂ ਹੈ, ਜੇ ਮੈਂ ਆਪ ਮੁਹਾਰੇ ਤੁਰਦਾ, ਜੇ ਮੈਂ ਮਨ ਮਰਜ਼ੀਆਂ ਕਰਦਾ, ਤਾਂ ਮੇਰੀ ਮੌਤ ਪਲ ਪਲ ਤੇ ਹੁੰਦੀ। ਆਖਾ ਜੀਵਾ ਵਿਸਰੈ ਮਰ ਜਾਓ। ਇਸ ਕਰਕੇ ਗੁਰੂ ਉਨਾ ਜ਼ਰੂਰੀ ਹੈ। ਗੁਰੂ ਕੌਣ? ਬਾਣੀ। ਗੁਰੂ ਹੈ ਬਾਣੀ। ਹੁਣ ਉਹ ਗੁਰੂ ਜਿਹੜਾ ਸਤਿਗੁਰ, ਕਾਇਮ ਦਾਇਮ ਅਕਾਲ ਪੁਰਖ ਦੀ ਧੁਰ ਕੀ ਬਾਣੀ ਹੈ, ਤੋ ਅਕਾਲ ਪੁਰਖ ਦੀ ਬਾਣੀ ਗੁਰਬਾਣੀ। ਗੁਰ ਇਹ ਪਵਨ ਵਾਂਗ ਜ਼ਰੂਰੀ ਹੈ। ਜਿਵੇਂ ਪੈਦਾ ਹੋਏ ਜੀ ਜੰਤ ਨੂੰ ਪਵਨ ਜ਼ਰੂਰੀ ਹੈ, ਇਸ ਤਰ੍ਹਾਂ ਪਵਨ ਦੀ ਨਿਆਈ ਪਵਨ ਵਾਂਗ ਗੁਰੂ ਹੈ। ਗੁਰੂ ਪਵਨ ਵਾਂਗ ਹੈ। ਗੁਰੂ ਦੀ ਲੋੜ ਜੀ ਨੂੰ ਪਵਨ ਜਿੰਨੀ ਹੈ ਜੀਉਣ ਲਈ। ਇਹ ਹੋ ਗਿਆ ਪਵਨ ਗੁਰੂ। ਪਾਣੀ, ਦੂਸਰੀ ਗੱਲ ਆਉਂਦੀ ਹੈ ਪਾਣੀ ਦੀ। ਜੇਕਰ ਅੱਜ ਦੇ ਸਾਇੰਸਦਾਨ ਨਾ ਉਹ ਦੂਸਰੇ ਗ੍ਰਹਿਆਂ ਤੇ ਦੇਖਣ ਵੀ ਇੱਥੇ ਕੋਈ ਲਾਈਫ ਹੈ, ਇੱਥੇ ਕੋਈ ਰਹਿ ਸਕਦਾ ਹੈ, ਤਾਂ ਉਹ ਕੀ ਦੇਖਦੇ ਨੇ? ਉਹ ਕਹਿੰਦੇ ਨੇ ਬਾਕੀ ਗੱਲਾਂ ਛੱਡੋ, ਇਹ ਦੇਖੋ ਉੱਥੇ ਕੋਈ ਪਾਣੀ ਨਜ਼ਰ ਆਉਂਦਾ, ਕੋਈ ਇਹੋ ਜਿਹਾ ਤਰਲ ਪਦਾਰਥ ਨਜ਼ਰ ਆਉਂਦਾ। ਕੀ ਉੱਥੇ ਕੋਈ ਇਸ ਤਰ੍ਹਾਂ ਦਾ ਸਬੂਤ ਮਿਲਦਾ ਕਿ ਇੱਥੇ ਕੁਝ
ਪਾਣੀ ਹੋ ਸਕਦਾ ਹੈ, ਕਿ ਇਹ ਵਾਲੀ ਚੀਜ਼ ਪਾਣੀ ਹੋ ਸਕਦੀ ਹੈ। ਜੇ ਪਾਣੀ ਹੈ ਤਾਂ ਜੀਵਨ ਹੋਣ ਦਾ ਆਸਾਰ ਹੈ, ਜੇ ਪਾਣੀ ਨਹੀਂ ਤਾਂ ਉੱਥੇ ਜੀਵਨ ਨਹੀਂ ਹੋ ਸਕਦਾ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਇ। ਜੇ ਸਭ ਤੋਂ ਪਹਿਲਾ ਜੀਵਨ ਦਾ ਸਰੋਤ ਪਾਣੀ ਹੈ, ਇਸ ਕਰਕੇ ਜਿੱਥੋਂ ਜਿਸ ਕਰਕੇ ਉਤਪਤੀ ਹੁੰਦੀ ਹੈ ਉਹ ਹੈ ਪਾਣੀ। ਇਸ ਕਰਕੇ ਪਾਣੀ ਨੂੰ ਪਿਤਾ ਕਿਹਾ ਹੈ। ਪਾਣੀ ਪਿਤਾ, ਪਵਨ ਗੁਰੂ, ਪਾਣੀ ਪਿਤਾ। ਔਰ ਜਿਸ ਵਿੱਚੋਂ ਸਾਰੀ ਉਤਪਤੀ ਹੁੰਦੀ ਹੈ, ਅਸੀਂ ਦੇਖਦੇ ਹਾਂ ਜਦੋਂ ਮੀਂਹ ਦੀ ਛੈਬਰ ਲੱਗਦੀ ਹੈ, ਉਹ ਜਿੱਥੇ ਕਦੀ ਕੁਝ ਨਹੀਂ ਉਗਿਆ ਉੱਥੋਂ ਵੀ ਧਰਤੀ ਵਿੱਚੋਂ ਉਤਪਤੀ ਹੋ ਰਹੀ ਹੈ। ਉਹ ਨਵੀਂ ਉਤਪਤੀ ਦੇ ਹੋਣ ਲਈ ਪਾਣੀ ਦਾ ਹੋਣਾ ਜ਼ਰੂਰੀ ਹੈ। ਤੇ ਜਿਸ ਵਿੱਚੋਂ ਉਤਪਤੀ ਹੋਣੀ ਹੈ ਉਹ ਵੱਡੀ, ਕਿਉਂਕਿ ਉਤਪਤੀ ਜਿਸ ਵਿੱਚੋਂ ਹੁੰਦੀ ਹੈ ਮਾਤਾ ਵਿੱਚੋਂ ਉਤਪਤੀ ਹੁੰਦੀ ਹੈ, ਤਾਂ ਸਭ ਤੋਂ ਵੱਡੀ ਮਾਤਾ ਉਹ ਧਰਤ ਹੈ, ਸਮੁੱਚੀ ਧਰਤ, ਸਾਰੀ ਧਰਤੀ। ਦਾ ਅਰਥ ਇਜ਼ ਦਾ ਬਿਗੇਸਟ ਮਦਰ, ਜਿਹਦੇ ਚੋਂ ਕੀ ਕੁਝ ਦੀ ਉਤਪਤੀ ਨਹੀਂ ਹੁੰਦੀ, ਪਰ ਉਸ ਦੀ ਉਤਪਤੀ ਉੱਥੋਂ ਹੁੰਦੀ ਹੈ ਜਿੱਥੇ ਜਿੱਥੇ ਪਾਣੀ ਜਾਂਦਾ ਹੈ। ਬਿਨਾਂ ਪਾਣੀ ਤੋਂ ਸਭ ਬੰਜਰ ਹੈ, ਪਰ ਪਾਣੀ ਦੇ ਨਾਲ ਉਹ ਧਰਤੀ ਜਿਹੜੀ ਹੈ ਮਾਤਾ ਹੈ, ਔਰ ਮਹਤ ਮਾਤਾ ਹੈ। ਮਹਤ ਮਤਲਬ ਵੱਡੀ, ਵਿਸ਼ਾਲ। ਮਾਤਾ, ਧਰਤ, ਮਹਤ। ਹੁਣ ਇਉਂ ਪਵਨ ਗੁਰੂ ਹੈ, ਪਾਣੀ ਪਿਤਾ ਹੈ, ਔਰ ਧਰਤ ਮਾਤਾ ਹੈ। ਹੁਣ ਗੁਰੂ ਸਾਹਿਬ ਸਾਰੀ ਵਿਚਾਰ ਦੀਆਂ ਬੜੀਆਂ ਬਰੀਕੀਆਂ ਦੱਸ ਕੇ ਇਸ ਸ਼ਲੋਕ ਵਿੱਚ, ਜਪਜੀ ਸਾਹਿਬ ਦੇ ਆਖਰੀ ਸ਼ਲੋਕ ਵਿੱਚ, ਜਿਵੇਂ ਨਾ ਜ਼ੂਮ ਆਊਟ ਕਰ ਰਹੇ, ਜਿਵੇਂ ਕੋਈ ਨਿਕਲ ਰਿਹਾ ਹੋਏ ਤੇ ਪਿੱਛੇ ਧਰਤੀ ਦੇ ਕਿਵੇਂ ਇਹ ਸਾਰੇ ਜਿਹੜੇ ਜੀ ਜੰਤ ਨੇ ਖੇਡ ਰਹੇ ਨੇ। ਦਿਵਸ ਰਾਤ ਦੋਏ ਦਾਈ ਦਾਇਆ, ਜਿਵੇਂ ਦਾਈ ਦਾਇਆ ਕਿ ਹੁੰਦੇ ਜਿਹੜੇ ਖਿਡਾਉਂਦੇ ਨੇ ਬੱਚਿਆਂ ਨੂੰ, ਵੀ ਆ ਜਾ ਬੇਟੇ, ਆ ਲੋ ਖਿਡੌਣਾ, ਆ ਮੇਰੇ ਵੱਲ ਆਓ, ਇੱਧਰ ਤੁਰ ਕੇ ਆਓ, ਉਹ ਖਿਡਾ ਰਹੇ ਨੇ ਬੱਚਿਆਂ ਨੂੰ। ਦਿਵਸ ਰਾਤ, ਦਿਨ ਚੜ੍ਹਦਾ ਰਾਤ ਹੁੰਦੀ ਹੈ, ਦਿਨ ਚੜ੍ਹਦਾ ਰਾਤ ਹੁੰਦੀ ਹੈ। ਅਸੀਂ ਉਹਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਕਰਦੇ ਹਾਂ ਵੀ ਹੁਣ ਰਾਤ ਆ ਗਈ ਹੈ, ਸੋ ਜਾਈਏ, ਹੁਣ ਦਿਨ ਆ ਗਿਆ, ਸੂਰਜ ਨਿਕਲਿਆ, ਹੁਣ ਜਾਗੀਏ। ਤੇ ਇਹ ਸਾਰੇ ਕਾਰ ਵਿਹਾਰ ਉਸ ਦਿਨ ਰਾਤ ਦੇ ਖਡਾਵਾ ਖਡਾਵੀ ਜਿਵੇਂ ਹੁੰਦੇ ਨੇ, ਉਹਨੂੰ ਖਿਡਾਉਣ ਵਾਲੇ। ਤਾਂ ਦਿਵਸ ਰਾਤ, ਜਿਵੇਂ ਅਸੀਂ ਜ਼ੂਮ ਆਊਟ ਕਰ ਰਹੇ ਹੋਈਏ ਤੇ ਸਾਰੀ ਕਾਇਨਾਤ ਉਹਦੇ ਵਿੱਚ ਆਪਣੇ ਕੰਮਾਂ ਕਾਰ ਵਿਹਾਰ 'ਚ ਲੱਗੀ ਹੈ, ਤੇ ਦਿਨ ਰਾਤ ਹੋ ਰਹੇ ਨੇ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਕਿਉਂਕਿ ਇਹ ਖੇਡ ਰਚੀ ਹੋਈ ਹੈ। ਇਹ ਸਾਰੀ ਖੇਡ ਹੈ, ਪਰ ਖੇਡ ਦੇ ਨਿਯਮ ਨੇ। ਇਸ ਨਿਯਮਾਵਲੀ ਤਹਿਤ, ਇਸ ਨਿਯਮ ਦੀ ਪਾਈਪਲਾਈਨ ਵਿੱਚੋਂ ਨਿਕਲ ਕੇ ਅਸੀਂ ਚੰਗਿਆਈਆਂ ਜਾਂ ਬੁਰਾਈਆਂ ਦੇ ਲੇਬਲ ਸਾਡੇ ਤੇ ਲੱਗਦੇ ਨੇ, ਤੇ ਉਸ ਅਨੁਸਾਰ ਸਾਡਾ ਨਿਰਣਾ ਹੁੰਦਾ ਹੈ। ਪਰ ਇਹ ਖੇਡ ਵਜੋਂ, ਇਸ ਨੂੰ ਪੋਜ਼ਿਟਿਵਲੀ ਲਾਈਟਰ ਮੋਡ ਵਿੱਚ ਇੱਕ ਖੇਡ ਵਜੋਂ, ਖੇਲੈ ਸਗਲ ਜਗਤ। ਹੁਣ ਇਸ ਜੋ ਖੇਡ ਹੈ, ਇਸ ਖੇਡ ਵਿੱਚ ਕੋਈ ਚੰਗੇ ਕੰਮ ਕਰ ਰਿਹਾ, ਪਰ ਉਸਦੇ ਮਨ ਨੂੰ ਗੁਰਬਾਣੀ ਦੇ ਰਾਹੀਂ, ਬਿਕੋਜ਼ ਗੁਰਬਾਣੀ ਰਿਵੀਲਸ ਟੂ ਅਸ ਦਾ ਬੈਕ ਐਂਡ ਆਫ ਦਾ ਸਪਿਰਿਚੁਅਲ ਖੇਡ। ਇਹ ਸਾਰੀ ਖੇਡ ਨੂੰ ਉਹਦੇ ਵਿੱਚ ਉਸਨੂੰ ਰਿਵੀਲ ਸਾਨੂੰ ਗੁਰੂ ਸਾਹਿਬ ਨੇ ਦਰਸਾਤੀ। ਇਹ ਖੇਡ ਦਾ ਸਾਨੂੰ ਅੰਦਾਜ਼ਾ ਦਿੱਤਾ ਹੈ ਬਾਏ ਗੁਰਬਾਣੀ ਨੇ ਸਾਨੂੰ, ਵੀ ਇੱਥੇ ਕੀ ਹੋ ਰਿਹਾ ਹੈ, ਮਨ ਵਿੱਚ ਕੀ ਹੋ ਰਿਹਾ ਹੈ, ਕਿਹੋ ਜਿਹੇ ਹਮਲੇ ਨੇ, ਮਨ ਨੂੰ ਆਤਮਾ ਪਰਮਾਤਮਾ ਦਾ ਕੀ ਸੰਬੰਧ ਹੈ। ਇਹ ਜੋ ਜੀਵਨ ਹੈ, ਇਹ ਜਿਹੜੇ ਚੰਦ ਘੜੀਆਂ ਨੇ, ਇਹ ਇਸ ਤੋਂ ਬਾਅਦ ਔੜਕ ਉੱਥੇ ਗੁਰੂ ਦੀ ਕਚਹਿਰੀ 'ਚ, ਅਕਾਲ ਪੁਰਖ ਦੇ ਦਰਬਾਰ ਵਿੱਚ ਇਹ ਸਾਰਾ ਨਿਬੇੜਾ ਹੋਣਾ ਹੈ। ਤੇ ਇਉਂ ਇਹ ਸਾਰਾ ਜੀਵਨ ਦੀ ਇਹ ਖੇਡ ਚੱਲ ਰਹੀ ਹੈ। ਤਾਂ ਚੰਗਿਆਈਆਂ ਬੁਰਾਈਆਂ, ਕਈ ਤਰ੍ਹਾਂ ਦੇ, ਬੜੀਆਂ ਚੰਗਿਆਈਆਂ, ਬੜੀਆਂ ਤਰ੍ਹਾਂ ਦੀਆਂ ਬੁਰਾਈਆਂ, ਇਸ ਨੂੰ ਵਾਚਿਆ ਜਾ ਰਿਹਾ ਹੈ। ਕਰਮੀ ਆਪੋ ਆਪਣੀ, ਉਹ ਹਦੂਰ ਉਹ ਘਟ ਘਟ ਕੇ ਅੰਤਰੇ ਕੀ ਜਾਣਤ ਹੈ।
ਉਹ ਜਾਣਦਾ ਹੈ, ਉਹਦਾ ਸਿਸਟਮ ਹੈ ਕਿ ਅਸੀਂ ਸੋਚਦੇ ਹਾਂ ਤੇ ਉਸਨੂੰ ਪਤਾ ਲੱਗ ਜਾਂਦਾ, ਅਸੀਂ ਬੋਲਦੇ ਹਾਂ ਤੇ ਉਹ ਸੁਣ ਰਿਹਾ, ਅਸੀਂ ਕਰਦੇ ਹਾਂ ਤਾਂ ਦੇਖ ਰਿਹਾ। ਵਾਚੈ ਧਰਮ ਹਦੂਰ, ਜਿਹੜੀਆਂ ਚੰਗਿਆਈਆਂ ਬੁਰਾਈਆਂ ਚ ਅਸੀਂ ਖਚਤ ਹੁੰਦੇ ਆ, ਜਿਹੜੇ ਅਸੀਂ ਕਰਦੇ ਆ, ਕਿਸ ਅਸੀਂ ਜੋ ਕਰਦੇ ਆ ਉਹ ਦੁਨੀਆ ਨੂੰ ਪਤਾ ਲੱਗਦਾ ਆ ਕੀਤਾ ਹੈ, ਪਰ ਅਸੀਂ ਉਹ ਕਿਸ ਭਾਵਨਾ ਦੇ ਨਾਲ ਕੀਤਾ ਹੈ, ਅਕਾਲ ਪੁਰਖ ਨੂੰ ਉਹ ਵੀ ਪਤਾ ਹੈ। ਇਹ ਹੈ ਓ ਮਾਈ ਗॉड, ਇਹ ਹੈ ਉਹ ਰੀਅਲਾਈਜ਼ੇਸ਼ਨ। ਉਹ ਰੀਅਲੀ, ਜੇ ਮੈਂ ਆਪਣੇ ਕਮਰੇ ਵਿੱਚ ਬੈਠ ਕੇ ਆਪਣਾ ਪਰਦਾ ਅੱਗੇ ਕਰਕੇ ਜੇ ਮੈਂ ਕੁਝ ਕੇਵਲ ਸੋਚਿਆ, ਬੋਲਿਆ ਜਾਂ ਕੀਤਾ ਕੁਝ ਵੀ ਨਹੀਂ, ਕੇਵਲ ਸੋਚਿਆ, that too is ਵਾਚੈ ਧਰਮ ਹਦੂਰ। ਉਸ ਦੇ ਹਜ਼ੂਰੀ ਵਿੱਚ ਉਸਨੂੰ ਉਹ ਤੁਹਾਡੇ ਸਾਹਮਣੇ ਆ ਜਾਣਾ ਵੀ ਹਾਂਜੀ ਉੱਥੇ ਆ ਕੀ ਕੀਤਾ ਸੀ, ਆ ਕੀਤਾ। ਲੋਕਾਂ ਨੇ ਤੁਹਾਨੂੰ ਸਰੋਪਾਓ ਦਿੱਤੇ, ਹਾਰ ਪਾਏ, ਬੜਾ ਕੁਝ ਕੀਤਾ, ਪਰ ਤੁਸੀਂ ਕਿਸ ਭਾਵਨਾ ਨਾਲ ਕੀਤਾ ਸੀ। ਇਹ ਹੈ ਨਾਮ ਦਾ ਪ੍ਰਗਾਸ, ਇਹ realization, oh really this is happening, then ਮੈਂ how can I misbehave, how can I afford to misbehave, this can happen only at my own cost। तो ਮੈਨੂੰ ਸਰਵੇਲੈਂਸ ਕਿਸੇ ਹੋਰ ਦੀ ਨਹੀਂ, ਮੈਨੂੰ ਕਿਸੇ ਗਵਾਂਢੀ ਤੋਂ, ਕਿਸੇ ਮਾਤਾ ਪਿਤਾ ਤੋਂ, ਭੈਣ ਭਰਾ ਤੋਂ ਡਰਨ ਦੀ ਬਜਾਏ I need to be aware ਕਿ ਮੇਰੇ ਤੇ ਤਾਂ ਸਿੱਧੀ ਸਰਵੇਲੈਂਸ ਮੇਰੇ ਕ੍ਰੀਏਟਰ ਦੀ ਹੈ, ਜਿਨਨੇ ਮੈਨੂੰ ਅੰਤਮ ਦੰਡ ਦੇਣਾ ਜਾਂ ਅੰਤਮ ਆਸ਼ੀਰਵਾਦ ਦੇਣਾ। ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ। ਅਸੀਂ ਪਰਿਵਾਰ ਚ ਹਾਂ, ਅਸੀਂ ਸਾਡੀ ਟੀਮ ਵਰਕਸ ਨੇ, ਸਾਡੀ ਪ੍ਰੋਫੈਸ਼ਨਲ ਟੀਮਾਂ ਨੇ, ਸਾਡੇ ਸਮਾਜਿਕ ਰਿਸ਼ਤੇ ਨੇ, ਸਾਡੀ ਬਹੁਤ ਲੋਕਾਂ ਨਾਲ ਜਾਣ ਪਛਾਣ ਹੈ, ਪਰ ਇੱਥੇ ਤੇਰਾ ਖਾਤਾ ਹੈ, ਕੇਵਲ ਤੇਰਾ ਖਾਤਾ। ਇਹਦੇ ਵਿੱਚ ਉਹ ਕੰਮ ਨਹੀਂ ਕੰਮ ਆਉਣੇ ਜਿਹੜੇ ਕਿਸੇ ਹੋਰ ਨੇ ਕੀਤੇ। ਨਾ ਕਿਸੇ ਦੀ ਬੁਰਾਈ ਦਾ ਤੇਰੇ ਤੇ ਅਸਰ ਹੈ, ਨਾ ਕਿਸੇ ਦੀ ਚੰਗਿਆਈ ਦਾ ਤੈਨੂੰ ਕ੍ਰੈਡਿਟ ਹੈ। ਤੇਰਾ ਖਾਤਾ ਤੇਰਾ ਹੈ, ਕਰਮੀ ਆਪੋ ਆਪਣੀ। ਤੇ ਇਸ ਇਹਨਾਂ ਕਰਮਾਂ ਦੀ ਗਿਣਤੀ ਵਿੱਚ, ਇਸ ਅਧਿਆਤਮਕ ਥਰਮਾਮੀਟਰ ਵਿੱਚ ਜਿਹੜਾ ਸਾਡੇ ਅੰਦਰ ਫਿੱਟ ਹੈ, ਜਿਸ ਦੇ ਸਾਰੀ ਬਾਤ ਸਪਸ਼ਟ ਕਰ ਦੇਣੀ ਹੈ, ਉਸ ਦੇ ਹਦੂਰ, ਉਸ ਦੇ ਦਰਬਾਰ ਵਿੱਚ, ਉਸ ਦੇ ਸਾਹਮਣੇ ਲਓ ਜੀ ਆ ਇਹਦਾ ਖਾਕਾ। ਜਿਵੇਂ ਇਹ ਗੱਲ ਕਿ ਇਸ ਨੂੰ ਸਮਝਣਾ ਹੋਏ ਤਾਂ ਇਹ ਗੱਲ ਗੂਗਲ ਦੇ ਇੱਕ ਉਹਦੇ ਚ ਆਈ ਸੀ, Google knows you better than what you know yourself। ਵੀ ਇਹ ਕਿਵੇਂ? ਤੁਸੀਂ ਕਿਹੜੇ ਕਿੰਨੇ ਮਿੰਟ ਤੇ ਕਿਹੜੀ ਤਰੀਕ ਨੂੰ, ਕਿਹੜੇ ਸਾਲ, ਕਿਹੜੇ ਮਹੀਨੇ, ਕਿਹੜਾ ਦਿਨ ਸੀ, ਕਿੰਨੇ ਵਜੇ, ਕਿੰਨੇ ਮਿੰਟ ਤੇ, ਕਿੰਨੇ ਸਕਿੰਟ ਤੇ ਕੀ ਸੋਚਿਆ? ਬਿਕੋਜ਼ ਜੋ ਤੁਸੀਂ ਸੋਚਿਆ ਉਹੀ ਤੁਸੀਂ ਫਾਈਂਡ ਕੀਤਾ। ਤੁਸੀਂ ਭੁੱਲ ਗਏ, ਪਰ ਗੂਗਲ ਕੋਲ ਸਾਰਾ ਖਾਕਾ ਹੈ ਤੁਹਾਡਾ। ਜੇ ਗੂਗਲ ਹੈ ਉਹ ਤੇ ਗੂਗਲਾਂ ਦਾ ਗੂਗਲ ਹੈ, ਉਸ ਕੋਲ ਸਾਰਾ ਖਾਕਾ। ਗੂਗਲ ਕੋਲ ਉਹ ਨਹੀਂ ਹੈ ਜੋ ਅਸੀਂ ਸੋਚਿਆ ਕਿ ਮੈਂ ਲੱਭਣਾ ਹੈ ਪਰ ਲੱਭਿਆ ਨਹੀਂ, ਜੋ ਮੈਂ ਸੋਚਿਆ ਕਿ ਮੈਂ ਇਹ ਵੀ ਫਾਈਂਡ ਕਰ ਲਾਂ ਪਰ ਮੈਂ ਫਾਈਂਡ ਕੀਤਾ ਨਹੀਂ। ਗੂਗਲ ਕੋਲ ਉਹ ਨਹੀਂ ਹੈ, ਪਰ ਉਹ ਗੂਗਲਾਂ ਦੇ ਗੂਗਲ ਕੋਲ ਉਹ ਵੀ ਹੈ ਜਿਹੜਾ ਮੈਂ ਸੋਚਿਆ ਪਰ ਮੈਂ ਫਾਈਂਡ ਨਹੀਂ ਕੀਤਾ। ਇਸ ਵਿੱਚ ਕੇ ਨੇੜੇ ਕੇ ਦੂਰ ਕਿਵੇਂ ਹੈ? ਇਹ ਬੜੀ ਸਿਗਨੀਫੀਕੈਂਟ, ਬੜੀ ਮਹੱਤਵਪੂਰਨ ਗੱਲ ਹੈ ਕਿ ਕੇ ਨੇੜੇ, ਕਈ ਨੇੜੇ ਨੇ, ਕਈ ਦੂਰ ਹੋ ਜਾਂਦੇ ਨੇ। ਜਿਹੜੀ ਗੱਲ ਸਾਨੂੰ ਸਮਝ ਲੱਗ ਗਈ ਵੀ ਇਉਂ ਕਰਨਾ ਭਲਾ ਹੈ, ਜੇ ਅਸੀਂ ਉਹ ਸਾਨੂੰ ਆਪਣੀ ਵੌਇਸ ਆਫ ਕੌਨਸ਼ੀਅਸਨੈਸ ਸਾਨੂੰ ਅੰਦਰੋਂ ਆਉਂਦੀ ਹੈ ਵੀ ਭਾਈ ਆਹ ਨਹੀਂ ਕਰਨਾ ਚਾਹੀਦਾ, ਔਰ ਸਾਡੀ ਵੌਇਸ ਆਫ ਕੌਨਸ਼ੀਅਸਨੈਸ ਕਿੰਨੀ ਪ੍ਰਬਲ ਹੈ, ਇਹ ਸਾਡੇ ਤੇ ਹੈ ਕਿ ਅਸੀਂ ਕਿੰਨੀ ਗੁਰਬਾਣੀ ਸੁਣ ਕੇ, ਸਮਝ ਕੇ ਆਪਣੇ ਕੌਨਸ਼ੀਅਸਨੈਸ ਨੂੰ ਬਲਵਾਨ ਕੀਤਾ ਹੋਇਆ ਹੈ। ਉਨੀ ਪ੍ਰਬਲ ਵੌਇਸ ਨਾਲ ਸਾਡੀ ਕੌਨਸ਼ੀਅਸ ਬੋਲਦੀ ਹੈ। ਜਿਵੇਂ ਉਹੀ ਘੜੀ ਰਾਤ ਨੂੰ ਟਿਕ ਟਿਕ ਕਰਦੀ ਹੈ, ਦਿਨ ਵੇਲੇ ਨਹੀਂ ਸੁਣਦੀ, ਬਿਕੋਜ਼ ਦਿਨ ਵੇਲੇ
ਹੋਰ ਸ਼ੋਰ ਨੇ, ਉਹ ਤੋਂ ਉੱਚੇ ਹੋਰ ਸ਼ੋਰ ਕਈ ਨੇ। ਸਾਨੂੰ ਉਹ ਬੋਲ ਤਾਂ ਰਹੀ ਹੈ, ਬੋਲ ਤਾਂ ਰਾਤ ਵਾਂਗੂ ਹੀ ਰਹੀ ਹੈ, ਪਰ ਸਾਨੂੰ ਸੁਣਦੀ ਨਹੀਂ, ਕਿਉਂਕਿ ਉਸੇ ਉਹ ਗੱਲ ਸਾਡੇ ਤੇ ਹੈ, ਕੌਨਸ਼ੀਅਸ ਸਾਡੀ ਬੋਲ ਰਹੀ ਹੈ ਪਲ ਪਲ ਵੀ ਆ ਨਾ ਸੋਚ, ਆ ਨਾ ਬੋਲ, ਆ ਨਾ ਕਰ, ਮਨ ਬਚ ਕਰਮ ਲਈ ਸਾਨੂੰ ਗਾਈਡ ਕਰਦੀ ਸਾਡੀ ਕੌਨਸ਼ੀਅਸਨੈਸ। ਪਰ ਸਾਡੇ ਮਨ ਦਾ ਸ਼ੋਰ ਇੰਨਾ ਹੈ, ਮਨ ਇੰਨਾ ਸ਼ੋਰ ਕਰਦਾ ਹੈ ਕਿ ਸਾਨੂੰ ਕੌਨਸ਼ੀਅਸਨੈਸ, ਸਾਡੀ ਜਿਹੜੀ ਆਤਮਾ ਦੀ ਜ਼ਮੀਰ ਦੀ ਆਵਾਜ਼ ਔਰ ਸਾਡੇ ਰਿਸੈਪਸ਼ਨ ਵਿੱਚ ਮਨ ਦਾ ਸ਼ੋਰ, ਮਨ ਇੰਨਾ ਬਲਵਾਨ ਹੈ ਕਿ ਉਹ ਉਸ ਸ਼ੋਰ ਵਿੱਚ ਸਾਨੂੰ ਉਹ ਨਹੀਂ ਸੁਣਦਾ। ਪਰ ਜਦੋਂ ਮਨ ਨੂੰ ਅਸੀਂ ਹੋੜ ਲਈਏ ਤਾਂ ਉਹੀ ਘੜੀ ਦੀ ਟਿਕ ਟਿਕ ਰਾਤ ਵਾਂਗੂ ਦਿਨੇ ਵੀ ਸੁਣਦੀ ਹੈ। ਜੇ ਸ਼ੋਰ ਘੱਟ ਹੋਏਗਾ, ਜੇ ਸ਼ੋਰ ਨੂੰ ਕਾਬੂ ਕੀਤਾ ਜਾਏਗਾ ਤੇ ਘੜੀ ਸਾਰਾ ਦਿਨ ਸੁਣੇਗੀ। ਜੇ ਮਨ ਨੂੰ ਹੋੜਿਆ ਜਾਏਗਾ, ਜੇ ਮਨ ਨੂੰ ਅਸੀਂ ਗੁਰਸ਼ਬਦ ਦੇ ਪ੍ਰੇਰਣਾ ਦੇ ਨਾਲ ਕੰਟਰੋਲ ਕਰ ਲਈਏ, ਅੰਡਰ ਕੰਟਰੋਲ ਕਰ ਲਈਏ, ਕਾਬੂ ਕਰ ਲਈਏ, ਤਾਂ ਸਾਡੀ ਕੌਨਸ਼ੀਅਸਨੈਸ ਹਮੇਸ਼ਾ ਸੁਣੇਗੀ। ਔਰ ਉਸ ਸੁਣੀ ਹੋਈ ਉਸ ਗਾਈਡਲਾਈਨਸ ਨੂੰ ਜੇ ਅਸੀਂ ਫੋਲੋ ਕਰਾਂਗੇ ਤੇ ਕੇ ਨੇੜੇ ਦੀ ਲਿਸਟ ਚ ਆ ਜਾਵਾਂਗੇ। ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਨਾ ਤੇ ਆਪਣੀ ਜ਼ਮੀਰ ਦੀ ਆਵਾਜ਼ ਇਵਾਲਵ ਹੁੰਦੀ ਹੈ। ਸਾਡੀ ਜ਼ਮੀਰ ਇਵਾਲਵ ਹੋ ਜਾਂਦੀ ਹੈ ਜਦੋਂ ਗੁਰਬਾਣੀ ਨੂੰ ਅਸੀਂ ਸਮਝਦੇ ਹਾਂ। ਉਹ ਸਾਡੀ ਜ਼ਮੀਰ ਤੇ ਮਨ ਵਿੱਚ ਵਸਾਇਆ ਅਸੀਂ। ਤਾਂ ਮਨ ਵਿੱਚ ਜਿਹੜੀ ਗੱਲ ਪੱਕੀ ਦ੍ਰਿੜ ਹੋ ਗਈ, ਧਿਆਨ ਧਰਿਆ, ਚੰਗਿਆਈਆਂ ਦਾ ਧਿਆਨ ਧਰਿਆ, ਚੰਗਿਆਈਆਂ ਸੋਚੀਆਂ, ਚੰਗਿਆਈਆਂ ਚਿਤਵੀਆਂ ਤੇ ਚੰਗਿਆਈਆਂ ਦਾ ਅਸਰ ਦੇ ਨਾਲ ਸਾਡੀ ਕੌਨਸ਼ੀਅਸਨੈਸ ਸਾਨੂੰ ਚੰਗਿਆਈਆਂ ਲਈ ਗਾਈਡ ਕਰ ਰਹੀ ਹੈ। ਤਾਂ ਮਨ ਨੂੰ ਅਸੀਂ ਹੋੜ ਲਿਆ, ਇਸ ਕਰਕੇ ਇਸ ਜੀਵ ਨੇ ਅੰਦਰ ਨਾਮ ਦਾ ਪ੍ਰਗਾਸ ਹੈ। ਨਾਮ ਦਾ ਪ੍ਰਗਾਸ ਉਸ ਦੀ ਹੋਂਦ ਦਾ ਅਹਿਸਾਸ ਦਾ ਪੱਕਾ ਤਹਈਆ ਅੰਦਰ ਮਨ ਚ ਕਿ ਤੂੰ ਹੈ ਮੇਰੇ ਪਿਆਰੇ, ਹੈ ਤੂੰ ਹੈ। ਤੋ ਇਹ ਜੋ ਰਿਅਲਾਈਜ਼ੇਸ਼ਨ, ਇਹ ਮਾੜਾ ਸੋਚਣ ਨਹੀਂ ਦਿੰਦੀ। ਤੋ ਇਸ ਕਰਕੇ ਕੇ ਨੇੜੇ ਅਸੀਂ ਸਾਰੇ, ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ, ਇਹ ਹੈ ਨਾਮ ਤੇ ਆਇਆ। ਨਾਮ ਦੀ ਗੱਲ ਗੁਰੂ ਸਾਹਿਬ ਨੇ ਕੀਤੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਨਾਮ ਦੀ ਗੱਲ ਕੀਤੀ ਹੈ। ਅਸੀਂ ਆਪਣੇ ਹਿਸਾਬ ਨਾਲ ਨਾਮ ਨੂੰ ਕਿਸੇ ਹੋਰ ਕਿਰਿਆ ਦੇ ਨਾਲ ਜੋੜ ਦਿੰਦੇ ਆ। ਜਿਸ ਗੁਰੂ ਨਾਨਕ ਪਾਤਸ਼ਾਹ ਨੇ ਨਾਮ ਨੂੰ ਕਿਹਾ ਹੈ, ਉਹਨਾਂ ਨੇ ਕੋਈ ਹੋਰ ਕਿਰਿਆ ਦਾ ਜ਼ਿਕਰ ਵੀ ਨਹੀਂ ਕੀਤਾ। ਨਾਮ ਨੂੰ ਸਮਝਣ ਦਾ, ਨਾਮ ਨੂੰ ਬੁੱਝਣ ਦਾ, ਨਾਮ ਨੂੰ ਧਿਆਨ ਦਾ, ਆਪਣੇ ਧਿਆਨ ਵਿੱਚ ਉਸ ਦੀ ਹੋਂਦ ਦੇ ਅਹਿਸਾਸ ਨੂੰ ਪ੍ਰਬਲ ਕਰਨ ਦਾ, ਤਾਂ ਕਿ ਇਹ ਕੁੰਡ ਹੈ। ਜਿੰਨਾ ਇਹ ਕੁੰਡਾ ਸਾਡਾ ਪੀੜਾ ਪੱਕਾ ਹੋਏਗਾ, ਉਨਾ ਹੀ ਅਸੀਂ ਬੁਰਾਈਆਂ ਦੇ ਵਿੱਚ ਫਸਣ ਤੋਂ ਬਚ ਜਾਵਾਂਗੇ। ਇਹੀ ਇੱਕ ਸਾਡੇ ਕੋਲ ਇਹ ਗੁਰ ਮੰਤਰ ਹੈ। ਇਹ ਇਹੋ ਜਿਹਾ ਸਾਡੇ ਕੋਲ ਇੱਕ ਤਤ ਗਿਆਨ ਹੈ। ਇਹ ਅਹਿਸਾਸ ਹੈ ਕਿ ਗੁਰੂ ਸਾਹਿਬ ਰਿਟਨ ਗਰੰਟੀ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਉਹ ਕਿਹੜੀ ਮਸਕਤ ਹੈ? ਉਹ ਕਿਹੜੇ ਕੰਮ ਨੇ? ਮਨ ਨੂੰ, ਮਨ ਬਲਵਾਨ ਕਰਨਾ। ਉਹ ਸਰਮਖੰਡ ਕੀ ਬਾਣੀ ਰੂਪ ਉਹ ਕਰੇਗਾ। ਆਪਣੇ ਮਨ ਨੂੰ, ਬੁੱਧ ਨੂੰ, ਸੁੱਧ ਨੂੰ, ਸੁਰਤ ਨੂੰ ਉਹਨੂੰ ਘਾੜਤ ਕਰਦਾ। ਕਰਮਖੰਡ ਕੀ ਬਾਣੀ ਜੋਰ, ਉਸਦੇ ਆਪਣੇ ਆਪ ਨੂੰ ਬਲਵਾਨ ਕਰਦਾ। ਤਾਂ ਇਹ ਸਾਰੀ ਘਾੜਤ ਉਸਦੀ ਹੋ ਰਹੀ ਹੈ, ਕਿਉਂਕਿ ਇਹ ਅਸਲ ਮਸਕਤ ਹੈ, ਇਹ ਅਸਲ ਘਾਲਣਾ ਹੈ। ਇਹ ਘਾਲ ਗਏ ਉਹ ਜਿਨ੍ਹਾਂ ਨੇ ਨਾਮ ਨੂੰ ਵਿੱਚ ਧਿਆਨ ਦਿੱਤਾ। ਗੁਰੂ ਸਾਹਿਬ ਸਾਰੀ ਚੀਜ਼ ਦਾ ਐਬਸਟ੍ਰੈਕਟ ਆਖਰੀ ਸ਼ਲੋਕ ਵਿੱਚ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ, ਨਾਨਕ ਕੱਕਾ ਮੁਕਤਾ, ਕੱਕੇ ਨੂੰ ਕੋਈ ਸਿਹਾਰੀ ਨਹੀਂ, ਕੱਕੇ ਨੂੰ ਕੋਈ ਔਂਕੜ ਨਹੀਂ, ਨਾਨਕ ਦੇ ਨਾਲ ਕੋਈ ਨਾਨਕ ਕਹੋ ਨਹੀਂ, ਨਾਨਕ ਨੇ ਨਹੀਂ। ਇਸ ਦਾ ਮਤਲਬ ਬੋਲਣਾ ਸੀ ਨਾਨਕ ਹੈ, ਇਹ ਕਹਿਣਾ ਅੰਦਰ ਹੇ ਮਨ, ਹੇ ਮਨ। ਇਹ ਗੁਣ ਗੁਰਬਾਣੀ ਦਾ ਤੱਤ ਜਿਹੜਾ ਹੈ, ਇਸ ਸ਼ਲੋਕ ਦਾ ਤੱਤ, ਨਾਨਕ ਦੇ ਸੰਬੋਧਨ ਦੇ ਨਾਲ ਅਸੀਂ ਆਪਣੇ ਮਨ ਨੂੰ ਸੰਬੋਧਨ ਕਰਨਾ। ਤੇ ਕੀ ਸੰਬੋਧਨ ਕਰਨਾ? ਉਸਨੇ ਅੱਗੋਂ ਆ ਰਿਹਾ, ਨਾਨਕ ਤੇ ਰੁਕੀਏ। ਹਮੇਸ਼ਾ ਕੋਈ ਵੀ ਬਾਣੀ ਹੋਏ, ਕੋਈ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਏ, ਨਾਨਕ ਕੱਕੇ ਮੁਕਤੇ ਤੇ ਰੁਕੀਏ ਆ ਕੇ ਤੇ ਆਪਣੇ ਮਨ ਨੂੰ ਸੰਬੋਧਨ ਕਰੀਏ। ਤੇ ਸੁਨੇਹਾ ਅੱਗੋਂ ਆ ਰਿਹਾ, ਤੇ ਮੁਖ ਉਜਲੇ,
ਇਹ ਹੈ ਸੁਨੇਹਾ। ਜਦੋਂ ਅਸੀਂ ਬੋਲਦੇ ਹਾਂ ਨਾਨਕ ਤੇ ਮੁਖ ਉਜਲੇ, ਨਾਨਕ हे ਮੇਰੇ ਮਨ ਧਿਆਨ ਦੇ, ਅੱਗੋਂ ਹੁਣ ਆ ਰਿਹਾ ਸੁਨੇਹਾ, ਇਹ ਸੁਨੇਹਾ ਲੈਣ ਵਾਲਾ ਹੈ। ਤੇ ਮੁਖ ਉਜਲੇ, ਕਿਹੜੇ ਮੁਖ ਉਜਲੇ? ਜਿਨੀ ਨਾਮ ਤੇ ਆਇਆ। ਨਾਮ ਦੀ ਇੰਨੀ ਸਿਗਨੀਫੀਕੈਂਸ ਹੈ, ਇੰਨੀ ਇੰਪੋਰਟੈਂਸ ਹੈ ਕਿ ਜਪ ਦੇ ਅੰਤ ਵਿੱਚ ਫਿਰ ਮੁੜ ਦੁਬਾਰਾ ਨਾਮ ਨੂੰ, ਕਿ ਉਸ ਦੀ ਹੋਂਦ ਦਾ ਅਹਿਸਾਸ ਨੂੰ ਬਸ ਆਪਣੇ ਮਨ ਚ ਰੱਖੋ ਕਿ ਆਈ ਐਮ ਆਲਵੇਜ਼ ਬੀਇੰਗ ਅਬਜ਼ਰਵਡ when I think, when I speak and when I do। ਜਿਨੀ ਨਾਮ ਤੇ ਆਇਆ ਤੇ ਮੁਖ ਉਜਲੇ, ਤੇ ਉਹ ਫਿਰ ਆਪ ਤਾਂ ਉਹਨਾਂ ਦੇ ਉਜਲੇ ਹੈ ਹੀ ਨੇ, ਤੇ ਉਹ ਕੀਤੀ ਛੁੱਟੀ ਨਾਲ ਕਈ ਹੋਰਾਂ ਦੇ ਨਾਲ ਜਦੋਂ ਉਹਨਾਂ ਨੂੰ ਸੋਚਦਿਆਂ, ਉਹਨਾਂ ਨੂੰ ਬੋਲਦਿਆਂ ਤੇ ਉਹਨਾਂ ਨੂੰ ਕਰਦਿਆਂ ਉਹਨਾਂ ਦੇ ਨਾਲ ਦੇ ਸੁਣਦੇ ਨੇ, ਤਾਂ ਉਹਨਾਂ ਦਾ ਮਨ ਵੀ ਉਹਨਾਂ ਉਸ ਵਾਂਗੂ ਬਲਵਾਨ ਹੋ ਜਾਂਦਾ ਹੈ। ਇਸ ਕਰਕੇ ਉਹਨਾਂ ਦਾ ਵੀ ਕਿ ਨੇੜੇ ਦੀ ਗਿਣਤੀ ਚ ਆ ਜਾਂਦੇ ਨੇ, ਉਹ ਚੰਗਿਆਈਆਂ ਚ ਆ ਜਾਂਦੇ ਨੇ, ਇਸ ਕਰਕੇ ਉਹਨਾਂ ਦੀ ਵੀ ਛੁੱਟੀ ਨਾਲ ਹੀ ਹੋ ਜਾਂਦੀ ਹੈ। ਤੋ ਇਹ ਗੁਰੂ ਸਾਹਿਬ ਨੇ ਨਾਮ ਦੀ ਮੁੜ ਕੇ ਮਹਿਮਾ, ਪਰ ਨਾਮ ਨੂੰ, ਨਾਮ is most used and least understood। ਇਹ ਸਾਡਾ ਫਿਲਾਸਫੀ ਜਿਹੜੀ ਹੈ, ਇਹ ਸਾਡੀ ਜੀਵਨ ਜਾਚ ਹੈ, ਇਹ ਤਤ ਗਿਆਨ ਹੈ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।